ਕਿ ਸਿੰਧੀ ਸਮਾਜ ਦਾ ਬੜਾ ਬੀਤੇ ਸਮੇਂ ਦੇ ਵਿੱਚ ਕਾਫੀ ਮਸਲਾ ਜਿਹੜਾ ਵਿਵਾਦਾਂ ਦੇ ਵਿੱਚ ਸੀ ਕਿ ਉੱਥੇ ਗੁਰਦੁਆਰਾ ਸਾਹਿਬਾਨਾਂ ਦੇ ਕਈ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਨੇ। ਖੁਸ਼ੀਆਂ ਗਮੀਆਂ ਦੇ ਜਿਹੜੇ ਸਮਾਗਮ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੀ ਕਰਦੇ ਨੇ, ਪਰ ਕੁਝ ਸ਼ਰਾਰਤੀ ਤੱਤ ਆ ਗਏ ਸਨ ਜਿਨ੍ਹਾਂ ਨੇ ਸਿੱਖ ਪੰਥ ਨਾਲੋਂ ਉਹਨਾਂ ਨੂੰ ਤੋੜਨ ਦੀ ਇੱਕ ਬਹੁਤ ਵੱਡੀ ਸਾਜ਼ਿਸ਼ ਸੀਗੀ। ਔਰ ਜਿਹੜੀਆਂ ਉਹਨਾਂ ਦੇ ਘਰਾਂ ਦੇ ਵਿੱਚ ਬੀਬੀਆਂ ਸਨ ਉਹਨਾਂ ਨੇ ਸਾਨੂੰ ਖੁਦ ਆਪ ਕਿਹਾ ਵੀ ਸਾਨੂੰ ਤੁਸੀਂ ਇਹਦੇ ਬਾਰੇ ਦੱਸੋ ਸਾਨੂੰ ਤੇ ਹਾਲੇ ਉਹਨਾਂ ਦਾ ਉਹ ਵਿਆਹ ਹੋ ਕੇ ਹਟਿਆ ਸੀ, ਪਰ ਉਹਨਾਂ ਨੇ ਕਿਹਾ ਨਹੀਂ ਵੀ ਸਾਡੇ ਜੱਦੀ ਪੁਰਸ਼ੀ ਸਾਡੇ ਪਰਿਵਾਰਾਂ ਦੇ ਵਿੱਚ ਅਸੀਂ ਸਾਡੇ ਵਿਆਹ ਵੀ ਇੱਥੇ ਹੁੰਦੇ ਆ, ਸਾਡੀਆਂ ਗਮੀਆਂ ਵੀ ਇੱਥੇ ਹੁੰਦੀਆਂ ਤੇ ਅਸੀਂ ਜੋ ਸਾਡਾ ਛੋਟਾ ਮੋਟਾ ਵੀ ਅਸੀਂ ਸਮਾਗਮ ਕਰਦੇ ਤੇ ਅਸੀਂ ਗੁਰੂ ਘਰ ਦੇ ਵਿੱਚ ਹੀ ਆ ਕੇ ਲੰਗਰ ਪਾਣੀ ਛਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਲਈ ਪੰਜਾਬ ਵਿੱਚ ਕਿਸ ਤਰ੍ਹਾਂ ਦੇ ਕਾਰਜ ਕਰ ਰਹੀ ਹੈ ਤੇ ਕਿਸ ਤਰ੍ਹਾਂ ਵਿਦਿਅਕ ਸੰਸਥਾਵਾਂ ਦੇ ਵਿੱਚ ਵਿਦਿਆਰਥੀਆਂ ਨੂੰ, ਸਿੱਖ ਵਿਦਿਆਰਥੀਆਂ ਨੂੰ ਮਦਦ ਕਰ ਰਹੀ ਹੈ, ਇਸ ਬਾਰੇ ਅਸੀਂ ਬੀਤੇ ਦਿਨਾਂ ਵਿੱਚ ਗੱਲ ਕੀਤੀ ਸੀ। ਅੱਜ ਅਸੀਂ ਗੱਲ ਕਰਾਂਗੇ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਦੇ ਲਈ ਕਿਸ ਤਰ੍ਹਾਂ ਗੁਰਮਤਿ ਪ੍ਰਚਾਰ ਕਰਨ ਦੇ ਵਿੱਚ ਧਰਮ ਪ੍ਰਚਾਰ ਕਮੇਟੀ ਦਾ ਯੋਗਦਾਨ ਹੈ ਤੇ ਹੋਰ ਗੁਰਦੁਆਰਾ ਪ੍ਰਬੰਧਾਂ ਵਿੱਚ ਕਿਸ ਤਰ੍ਹਾਂ ਸੁਧਾਰ ਲਿਆਉਣੇ ਅਤੇ ਕਿਸ ਤਰ੍ਹਾਂ, ਕਿਉਂਕਿ ਪੰਜਾਬ ਤੋਂ ਬਾਹਰ ਕਾਫੀ ਚੁਣੌਤੀਆਂ ਵੀ ਸਾਨੂੰ ਸਾਹਮਣੇ ਆ ਜਾਂਦੀਆਂ ਨੇ। ਮਰਿਆਦਾ ਦਾ ਪਤਾ ਨਹੀਂ ਹੁੰਦਾ, ਉੱਥੇ ਆਪਣੀ ਆਪਣੀ ਮਰਿਆਦਾ ਲੋਕ ਸਥਾਪਿਤ ਕਰ ਲੈਂਦੇ ਨੇ। ਅਜਿਹੀਆਂ ਚੁਣੌਤੀਆਂ ਨੂੰ ਧਰਮ ਪ੍ਰਚਾਰ ਕਮੇਟੀ ਦੁਆਰਾ ਕਿਸ ਤਰ੍ਹਾਂ ਨਜਿੱਠਿਆ ਜਾਂਦਾ ਹੈ, ਇਸ ਬਾਰੇ ਅਸੀਂ ਗੱਲ ਕਰਾਂਗੇ। ਸਾਡੇ ਨਾਲ ਮੌਜੂਦ ਨੇ ਮੈਂਬਰ ਧਰਮ ਪ੍ਰਚਾਰ ਕਮੇਟੀ ਭਾਈ ਅਜੈਬ ਸਿੰਘ ਜੀ ਅਭਿਆਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਇਹ ਪੁੱਛਾਂ ਕਿ ਪੰਜਾਬ ਤੋਂ ਬਾਹਰ, ਕਿਉਂਕਿ ਜਿਹੜੇ ਸਾਡੇ ਸੁਣਨ ਵਾਲੇ ਨੇ ਸਿੱਖ ਸੰਗਤ, ਕਈ ਵਾਰ ਉਹਨਾਂ ਦੇ ਮਨਾਂ ਵਿੱਚ ਕਾਫੀ ਸਵਾਲ ਹੁੰਦੇ ਨੇ ਜਿਨ੍ਹਾਂ ਸਵਾਲਾਂ ਦੇ ਅਸੀਂ ਉੱਤਰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਪੰਜਾਬ ਤੋਂ ਬਾਹਰ ਧਰਮ ਪ੍ਰਚਾਰ ਕਰਨ ਦੇ ਲਈ ਕਿਸ ਤਰ੍ਹਾਂ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਬੰਧ ਕੀਤੇ ਗਏ ਨੇ ਤੇ ਕੀ ਉੱਥੇ ਸ਼ਾਖਾਵਾਂ ਨੇ ਜਾਂ ਕਿਸ ਤਰ੍ਹਾਂ ਸਾਰੇ ਪ੍ਰਬੰਧ ਚੱਲਦੇ ਨੇ? ਸਿੱਖ ਪੰਥ ਦੀ ਮਹਾਨ ਬੜੇ ਵੱਡੇ ਸੰਘਰਸ਼ਾਂ ਦੇ ਵਿੱਚੋਂ ਜਨਮ ਲੈ ਕਰਕੇ ਜਿਹੜੀ ਪੈਦਾ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਕਰੀਬਨ 1 ਸਾਲ ਤੋਂ 100 ਸਾਲ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੇ ਵਿੱਚ ਆਪਣਾ ਬਹੁਤ ਵੱਡਾ ਬਹੁਮੁੱਲਾ ਯੋਗਦਾਨ ਪਾ ਰਹੀ ਹੈ। ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਿਆਂ ਦੇ ਇਤਿਹਾਸਕ ਸਥਾਨਾਂ ਦੀ ਬੜੇ ਸੁਚੱਜੇ ਢੰਗ ਦੇ ਨਾਲ ਉੱਥੋਂ ਦੀ ਪ੍ਰਬੰਧਕੀ ਸੁਚੱਜੇ ਢੰਗ ਦੇ ਨਾਲ ਕਰ ਰਹੀ ਹੈ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਮੇਨ ਵੱਡੀ ਇੱਕ ਵਿੰਗ ਆ ਜਿਸ ਨੂੰ ਅਸੀਂ ਧਰਮ ਪ੍ਰਚਾਰ ਕਮੇਟੀ ਕਹਿੰਦੇ ਹਾਂ। ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇੱਕ ਆਜ਼ਾਦਾਨਾ ਇੱਕ ਅਦਾਰਾ, ਜਿਹੜਾ ਧਰਮ ਪ੍ਰਚਾਰ ਕਮੇਟੀ ਆਪਣਾ ਬਹੁਤ ਵੱਡਾ ਇੱਕ ਆਪਣਾ ਫਰਜ਼ ਸਮਝਦਿਆਂ ਹੋਇਆ, ਜਿੱਥੇ ਪੰਜਾਬ ਦੇ ਵਿੱਚ ਸਾਡੇ ਹਰ ਜ਼ਿਲ੍ਹੇ ਦੇ ਵਿੱਚ ਸਾਡੇ ਜਿਹੜੇ ਪ੍ਰਚਾਰਕ ਸਾਹਿਬਾਨ ਨੇ ਉਹ ਪਿੰਡਾਂ ਤੇ ਵੀ ਜਾ ਕਰਕੇ ਉਹ ਪ੍ਰਚਾਰ ਦਾ ਕੰਮ ਕਰਦੇ ਨੇ। ਔਰ ਧਰਮ ਪ੍ਰਚਾਰ ਕਮੇਟੀ ਰਾਹੀਂ ਜਿੱਥੇ ਅਸੀਂ ਪਿਛਲੇ ਸਮਿਆਂ ਦੇ ਵਿੱਚ ਸਿੱਖ ਪੰਥ ਦੇ ਜਿਹੜੇ ਮਹਾਨ ਸਾਕੇ ਹੋਏ ਨੇ ਜਾਂ ਸਾਡੇ ਗੁਰ 100 ਸਾਲਾਂ ਦੀਆਂ ਜਿਹੜੀਆਂ ਸ਼ਤਾਬਦੀਆਂ ਸਨ, 150 ਸਾਲਾ ਸ਼ਤਾਬਦੀ ਸੀ, 50 ਸਾਲਾ ਸੀ ਇਤਿਹਾਸ, ਉਹ ਅਸੀਂ ਬਹੁਤ ਵੱਡੇ ਪੱਧਰ ਦੇ ਵਿੱਚ ਸਿੱਖ ਪੰਥ ਦੇ ਵਿੱਚ ਜਾਗਰੂਕਤਾ ਫੈਲਾਉਣ ਵਾਸਤੇ ਉਹ ਸਾਰੀਆਂ ਸ਼ਤਾਬਦੀਆਂ ਅਸੀਂ ਸਾਰੀਆਂ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਐਡਵੋਕੇਟ ਸਾਹਿਬ ਜੀ ਦੀ ਬਹੁਤ ਹੀ ਸਹਿਯੋਗ ਅਗਵਾਈ ਹੇਠ ਬਹੁਤ ਵੱਡੇ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਕਰ ਰਹੀ ਹੈ। ਉਸੇ ਧਰਮ ਪ੍ਰਚਾਰ ਕਮੇਟੀ ਜਿਹੜੀ ਪੰਜਾਬ ਤੋਂ ਬਾਹਰ ਦੇ ਜਿਹੜੇ ਸੂਬੇ ਨੇ ਉਹ ਬਹੁਤ ਚਿਰ ਪਹਿਲਾਂ ਦੇ ਜਿਹੜੇ ਮਿਸ਼ਨ ਸਥਾਪਿਤ ਕੀਤੇ ਆ, ਉਹਨਾਂ ਦੇ ਜ਼ਰੀਏ ਅਸੀਂ ਸਾਰੇ ਉਹਨਾਂ ਸਟੇਟਾਂ ਦੇ ਵਿੱਚ ਵੀ ਬਹੁਤ ਵੱਡਾ ਜਿਹੜੇ ਸਾਡੇ ਪ੍ਰਚਾਰਕ ਨੇ, ਸਾਡੇ ਉੱਥੋਂ ਦੇ ਇੰਚਾਰਜ ਨੇ, ਬਹੁਤ ਵੱਡੀ ਮਿਹਨਤ ਦੇ ਨਾਲ ਉਹ ਆਪਣਾ ਫਰਜ਼ ਅਦਾ ਕਰ ਰਹੇ ਨੇ। ਇਸੇ ਤਰ੍ਹਾਂ ਹੀ ਸਾਡਾ ਜਿਹੜਾ ਹਾਪੜ ਮਿਸ਼ਨ ਹੈ ਇਹ ਬਹੁਤ ਪੁਰਾਣਾ ਮਿਸ਼ਨ ਹੈ। 1942 ਦੇ ਵਿੱਚ ਇਸ ਮਿਸ਼ਨ ਦੀ ਸਥਾਪਨਾ ਹੋਈ ਸੀ ਔਰ ਉਸ ਵੇਲੇ ਇਸ ਮਿਸ਼ਨ ਨੇ ਬਹੁਤ ਬਾਖੂਬੀ ਦੇ ਨਾਲ ਆਪਣੇ ਧਰਮ ਪ੍ਰਚਾਰ ਖੇਤਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਉਸ ਤੋਂ ਬਾਅਦ ਸਾਡੇ ਕਾਸ਼ੀਪੁਰ ਮਿਸ਼ਨ ਜਿਹੜਾ ਹੁਣ ਉੱਤਰਾਖੰਡ ਦੇ ਵਿੱਚ ਆ ਗਿਆ, ਉੱਥੇ ਸਾਡੇ ਭਾਈ ਸੁਖਵਿੰਦਰ ਸਿੰਘ MA ਸਾਹਿਬ ਉਹਨਾਂ ਦੀ ਇੰਚਾਰਜ ਨੇ। ਸੋ ਉੱਥੇ ਸਾਡਾ ਉਹ ਪਿੰਡਾਂ ਦੇ ਵਿੱਚ ਜਾ ਕਰਕੇ ਥਾਵਾਂ ਤੇ ਜਾ ਕਰਕੇ ਮੈਂ ਤੇ ਉੱਥੇ ਦੇਖਿਆ, ਅਸੀਂ ਆਪ ਵੀ ਖੁਦ ਟਾਈਮ ਲਾਉਂਦੇ ਆ, ਜਿਹੜੇ ਪਿੰਡਾਂ ਦੇ ਵਿੱਚ ਕੋਈ ਰਸਤੇ ਵੀ ਨਹੀਂ ਹੈਗੇ, ਸੋ ਜਾਣ ਨੂੰ ਕੋਈ ਬਹੁਤੀ ਸਾਧਨ ਵੀ ਹੈਗੇ, ਪਰ ਉੱਥੇ ਵੀ ਸਾਡੇ ਪ੍ਰਚਾਰਕ ਜਾ ਕਰਕੇ ਉੱਥੇ ਆਪਣਾ ਬਹੁਤ ਵੱਡਮੁੱਲਾ ਯੋਗਦਾਨ ਪੈਂਦੇ ਨੇ। ਜਿੱਥੇ ਸਾਡੇ ਇਹ ਮਿਸ਼ਨ ਛੱਤੀਸਗੜ੍ਹ ਮਿਸ਼ਨ, ਉੱਤਰਾਖੰਡ ਮਿਸ਼ਨ, ਯੂਪੀ ਹਾਪੜ ਮਿਸ਼ਨ, ਇਸੇ ਤਰ੍ਹਾਂ ਹੀ ਗੁਜਰਾਤ ਅਹਿਮਦਾਬਾਦ ਦਾ ਮਿਸ਼ਨ, ਜੰਮੂ ਕਸ਼ਮੀਰ ਦਾ ਮਿਸ਼ਨ, ਇਹ ਸਾਰੇ ਹੀ ਮਿਸ਼ਨ ਜਿਹੜੇ ਨੇ ਬਹੁਤ ਵੱਡਾ ਆਪਣੀ ਫਰਜ਼ ਅਦਾ ਕਰਦੇ ਨੇ। ਜਿੱਥੇ
ਧਰਮ ਪ੍ਰਚਾਰ ਖੇਤਰ ਦੇ ਵਿੱਚ ਉਹ ਨਗਰਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਕਰਕੇ ਆਪਣੇ ਇੱਕ ਗੁਰਮਤ ਦੀ ਲਹਿਰ ਨੂੰ ਜਿਹੜੀ ਜਿਨ੍ਹਾਂ ਨੇ ਚਲਾਇਆ ਹੋਇਆ ਉੱਥੇ ਅੰਮ੍ਰਿਤ ਸੰਚਾਰ ਵੀ ਕਰਦੇ ਨੇ, ਲੋਕਾਂ ਨੂੰ ਜਾਗਰੂਕ ਵੀ ਕਰਦੇ ਨੇ। ਜਿੱਥੇ ਬਹੁਤ ਸਾਰੀ ਮਨਮਤਾਂ ਆਈਆਂ ਹੋਈਆਂ ਉਹਨਾਂ ਨੂੰ ਵੀ ਲੋਕਾਂ ਨੂੰ ਉਹਨਾਂ ਦੇ ਜਿਹੜੇ ਮਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਭਰਮ ਪਏ ਹੋਏ ਆ। ਸਾਡੇ ਬੜੇ ਪ੍ਰਚਾਰਕ ਔਰ ਜਿਹੜੇ ਹੋਣ ਵਾਲੇ ਨੌਜਵਾਨ ਪ੍ਰਚਾਰਕ ਨੇ ਬਹੁਤ ਪੜ੍ਹੇ ਲਿਖੇ ਪ੍ਰਚਾਰਕ ਨੇ ਔਰ ਉਹਨਾਂ ਦੇ ਮਨਾਂ ਦੇ ਵਿੱਚ ਵੀ ਇੰਨਾ ਉਤਸ਼ਾਹ ਵਾ ਕੰਮ ਕਰਨ ਦਾ। ਅਤੇ ਮੈਂ ਦੇਖਿਆ ਅਸੀਂ ਉਹਨਾਂ ਨੂੰ ਵੀ ਉਹ ਰਾਤ ਦਿਨ ਇੱਕ ਕਰਕੇ ਕਰਦੇ। ਇਸ ਦੇ ਨਾਲ ਹੀ ਉਹਨਾਂ ਖੇਤਰਾਂ ਦੇ ਵਿੱਚ ਸਾਨੂੰ ਹੋਰ ਬਹੁਤ ਕਿਸਮ ਦੀਆਂ ਚੁਣੌਤੀਆਂ ਆਉਂਦੀਆਂ ਨੇ। ਜਿਸ ਤਰ੍ਹਾਂ ਪ੍ਰਚਾਰ ਦੇ ਨਾਲ ਉਹ ਜਿਹੜੇ ਬਹੁਤ ਸਾਰੇ ਜਿਹੜੇ ਜਿਸ ਤਰ੍ਹਾਂ ਥਾਵਾਂ ਥਾਵਾਂ ਤੇ ਜਾ ਕੇ ਉਹਨਾਂ ਨੂੰ ਮਰਿਆਦਾ ਬਾਰੇ ਬਹੁਤਾ ਜਾਣਕਾਰੀ ਜੀ। ਮਰਿਆਦਾ ਤੋਂ ਇੱਕ ਗੱਲ ਮੇਰੇ ਧਿਆਨ ਵਿੱਚ ਆ ਗਈ, ਕਿਉਂਕਿ ਸਿੰਧੀ ਸਮਾਜ ਦਾ ਬੜਾ ਬੀਤੇ ਸਮੇਂ ਦੇ ਵਿੱਚ ਕਾਫੀ ਮਸਲਾ ਜਿਹੜਾ ਵਿਵਾਦਾਂ ਦੇ ਵਿੱਚ ਸੀ ਕਿ ਉੱਥੇ ਗੁਰਦੁਆਰਾ ਸਾਹਿਬਾਨਾਂ ਦੇ ਕਈ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਨੇ। ਤਾਂ ਉਸ ਵੇਲੇ ਤੁਸੀਂ ਉਸ ਸਮੱਸਿਆ ਨੂੰ ਕਿਸ ਤਰ੍ਹਾਂ ਨਜਿੱਠਿਆ, ਜਾਂ ਕਿਉਂਕਿ ਉਸ ਤੋਂ ਬਾਅਦ ਕਾਫੀ ਕੁਝ ਸੁਧਾਰ ਦੇਖਣ ਨੂੰ ਮਿਲਿਆ? ਇਹ ਜਿਹੜੀ ਸਿੰਧੀ ਸਮਾਜ ਸੀ ਇਹ ਅਸੀਂ ਇੰਦੌਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਜੀ ਨੇ ਸਾਡਾ ਇੱਕ ਵਫਦ ਇੰਦੌਰ ਦੇ ਵਿੱਚ ਅੱਜ ਤੋਂ ਕੋਈ 5 ਮਹੀਨੇ ਪਹਿਲਾਂ ਇੱਕ ਬਹੁਤ ਵੱਡੀ ਸਿੰਧੀ ਸਮਾਜ ਨਹੀਂ ਕਹਿ ਸਕਦੇ, ਸਿੰਧੀ ਸਮਾਜ ਦੀ ਆੜ ਹੇਠ ਕੁਝ ਸ਼ਰਾਰਤੀ ਅਨਸਰ ਲੋਕ ਸਨ ਜਿਨ੍ਹਾਂ ਨੇ ਸਿੰਧੀ ਸਮਾਜ ਨੂੰ ਤੇ ਜਿਹੜੇ ਗੁਰੂ ਨਾਨਕ ਸਾਹਿਬ ਤੋਂ ਲੈ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਸਥਾ ਰੱਖਦੇ ਨੇ ਤੇ ਜਿਹੜੇ ਆਪਣੇ ਸਾਰੇ ਹੀ ਉਹਨਾਂ ਦੇ ਜਿਹੜੇ ਖੁਸ਼ੀਆਂ ਗਮੀਆਂ ਦੇ ਜਿਹੜੇ ਸਮਾਗਮ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੀ ਕਰਦੇ ਨੇ। ਪਰ ਕੁਝ ਸ਼ਰਾਰਤੀ ਤੱਤ ਆ ਗਏ ਸਨ ਜਿਨ੍ਹਾਂ ਨੇ ਸਿੱਖ ਪੰਥ ਨਾਲੋਂ ਉਹਨਾਂ ਨੂੰ ਤੋੜਨ ਦੀ ਇੱਕ ਬਹੁਤ ਵੱਡੀ ਸਾਜ਼ਿਸ਼ ਸੀਗੀ, ਜਿਸ ਦੇ ਤਹਿਤ ਹੀ ਅਸੀਂ ਇੰਦੌਰ ਦੇ ਵਿੱਚ ਇੱਕ ਬਹੁਤ ਵੱਡਾ ਆ ਗਿਆ ਸੀ। ਤਾਂ ਇੱਕ ਸਾਡਾ ਵਫਦ ਦਾਸ ਵੀ ਉਹਦੇ ਵਿੱਚ ਗਿਆ ਸੀਗਾ। ਤਾਂ ਅਸੀਂ ਉੱਥੇ ਜਿਹੜੇ ਸ਼ਰਾਰਤੀ ਅਨਸਰੀ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ, ਭਾਵੇਂ ਉਹ ਸੰਤਾਂ ਦੇ ਭੇਸ਼ ਦੇ ਵਿੱਚ ਸਨ, ਅਸੀਂ ਉਹਨਾਂ ਨੂੰ ਮਿਲੇ। ਅਸੀਂ ਜਾ ਕਰਕੇ ਤਕਰੀਬਨ 4 ਘੰਟੇ ਉਹਨਾਂ ਨਾਲ ਗੱਲਬਾਤ ਕੀਤੀ ਸੀ। ਅਸੀਂ ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਸੀਗਾ ਵੀ ਗੁਰੂ ਗ੍ਰੰਥ ਸਾਹਿਬ ਇਹ ਸਰਬ ਸਾਂਝਾ ਗੁਰੂ ਗ੍ਰੰਥ ਸਾਹਿਬ ਆ, ਪਰ ਇਸ ਦੀ ਸੇਵਾ ਸੰਭਾਲ ਵਾਸਤੇ ਸਿੱਖ ਪੰਥ ਨੇ ਸਾਰਿਆਂ ਨੇ ਇਹਦੀ ਕੋਈ ਮਰਿਆਦਾ ਬਣਾਈ ਹੋਈ ਆ। ਸੋ ਅਸੀਂ ਜਿੱਥੇ ਇਹ ਨਹੀਂ ਕਹਿੰਦੇ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਆਸਥਾ ਵੀ ਰੱਖਦੇ ਹੋ ਲੇਕਿਨ ਪ੍ਰਕਾਸ਼ ਨਾ ਕਰੋ, ਲੇਕਿਨ ਅਸੀਂ ਇਹ ਸਾਡੀ ਬੇਨਤੀ ਹੈ, ਹੱਥ 'ਚ ਅਸੀਂ ਪੱਲਾ ਪਾ ਕਰਕੇ ਉਹਨਾਂ ਨੂੰ ਅਸੀਂ ਸਮਝਾਇਆ ਸੀਗਾ ਵੀ ਇਹਦੀ ਜਿਹੜਾ ਜਿਹਨੂੰ ਆਪਾਂ ਆਪਣੇ ਕੋਲ ਜਿੱਤੇ ਆਸਥਾ ਰੱਖਦੇ ਹਾਂ, ਜਿਹਨੂੰ ਆਪਾਂ ਪ੍ਰਕਾਸ਼ ਕਰਨੇ ਆ, ਤੇ ਫਿਰ ਆਪਾਂ ਉਹਦਾ ਜਿਹੜਾ ਨਿਯਮ ਆ ਉਹਦੀ ਜਿਹੜੀਆਂ ਮਰਿਆਦਾ ਉਹ ਵੀ ਅਸੀਂ ਪਾਲਣਾ ਕਰਨੀ ਆ। ਸੋ ਉਹਦੇ ਵਿੱਚ ਸਾਨੂੰ ਬਹੁਤ ਸਾਰੀਆਂ ਇਹੋ ਜਿਹੀਆਂ ਤਰੁੱਟੀਆਂ ਦਿਸੀਆਂ ਸਨ ਜਿੱਥੇ ਉਹਦੇ ਨਾਲ ਉਹਨਾਂ ਨੇ ਮੂਰਤੀਆਂ ਵੀ ਰੱਖੀਆਂ ਸਨ, ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵੀ ਸਨ। ਪਰ ਉਹਨਾਂ ਲੋਕਾਂ ਨੇ ਜਿਹੜੇ 2-4 ਸ਼ਰਾਰਤੀ ਸਨ ਉਹਨਾਂ ਲੋਕਾਂ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਲੋਕ ਸਨ ਸਿੰਧੀ ਸਮਾਜ ਦੇ ਉਹਨਾਂ ਨੇ ਸਾਨੂੰ ਬਹੁਤ ਵੱਡਾ ਹੁੰਗਾਰਾ ਭਰਿਆ ਸੀਗਾ ਔਰ ਉਹਨਾਂ ਨੇ ਸਾਡੇ ਨਾਲ ਵਾਅਦੇ ਵੀ ਕੀਤੇ ਸੀ ਵੀ ਅਸੀਂ ਅੱਗੋਂ ਵਾਸਤੇ ਅਸੀਂ ਤੁਹਾਡੇ ਨਾਲ ਆ। ਅਸੀਂ ਉਹਨਾਂ ਨੂੰ ਕਿਹਾ ਸੀ ਵੀ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਤੁਹਾਡੇ ਕੋਲੇ ਕੋਈ ਪੁਰਾਤਨ ਨੇ ਕੋਈ ਬਿਰਧ ਨੇ ਉਹ ਤੁਸੀਂ ਗੁਰੂ ਘਰ ਪਹੁੰਚਾ ਕੇ ਅਸੀਂ ਤੁਹਾਨੂੰ ਨਵੇਂ ਗੁਰੂ ਮਹਾਰਾਜ ਦੇ ਜਿਹੜੇ ਹੈਗੇ ਆ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਅਸੀਂ ਮੁਹੱਈਆ ਕਰਾਵਾਂਗੇ। ਸੋ ਉਹ ਜਿਹੜਾ ਮਸਲਾ ਸੀ ਅਸੀਂ ਉਹਨਾਂ ਦੇ ਪ੍ਰਧਾਨ ਸਾਹਿਬ ਜੀ ਦੀ ਆਗਿਆ ਦੇ ਨਾਲ ਅਸੀਂ ਜਦੋਂ ਗਏ ਸੀ ਤੇ ਅਸੀਂ ਯਤਨ ਕੀਤੇ ਔਰ ਉਹ ਸਾਰਾ ਜਿਹੜਾ ਮਸਲਾ ਸੀਗਾ ਉਹ ਸ਼ਾਂਤ ਹੋਇਆ। ਇਸੇ ਤਰ੍ਹਾਂ ਹੀ ਇਹ ਇਸ ਤਰ੍ਹਾਂ ਦਾ ਹੀ ਨਾਲ ਲੱਗਦਾ ਹੋਇਆ ਉੱਤਰਾਖੰਡ ਦੇ ਵਿੱਚ ਰੁਦਰਪੁਰ, ਬਿਲਾਸਪੁਰ, ਉੱਥੇ ਛੋਟੇ ਛੋਟੇ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਸਿੰਧੀ ਸਮਾਜ ਜਿਹੜਾ ਵਸਿਆ ਹੋਇਆ ਸੀ। ਇਸੇ ਤਰ੍ਹਾਂ ਹੀ ਸੇਮ ਘਟਨਾਵਾਂ ਉੱਥੇ ਵੀ ਹੋਈਆਂ ਸੀਗੀਆਂ ਔਰ ਉਹ ਗੁਰੂ ਘਰ ਦੇ ਵਿੱਚ ਕੁਝ ਲੋਕਾਂ ਨੇ ਸ਼ਰਾਰਤੀ ਅਨਸਰਾਂ ਦੇ ਵਿੱਚ ਆਪਾਂ ਤੁਸੀਂ ਵੀਡੀਓ ਦੇ ਵਿੱਚ ਆਖਿਆ ਸੀ ਵੀ ਉਹ ਬੱਚੇ ਅਰਦਾਸ ਕਰ ਰਹੇ ਸੀ, ਡਾਂਸ ਕਰ ਰਹੇ ਸੀਗੇ। ਤਾਂ ਉਸੇ ਵੀ ਸਾਡਾ ਜਿਹੜਾ ਕਾਸ਼ੀਪੁਰ ਦਾ ਜਿਹੜਾ ਮਿਸ਼ਨ ਸੀਗਾ ਸਰਦਾਰ ਸੁਖਵਿੰਦਰ ਸਿੰਘ MA ਸਾਹਿਬ ਦੀ ਅਗਵਾਈ ਹੇਠ ਅਸੀਂ ਖੁਦ ਵੀ ਦਿੱਤਾ ਸੀ। ਅਸੀਂ ਉੱਥੇ ਬਹੁਤ ਸਾਰੀਆਂ ਵੱਡੀਆਂ ਮੀਟਿੰਗਾਂ ਕੀਤੀਆਂ, ਅਸੀਂ ਉਹਨਾਂ ਨੂੰ ਸਮਝਾਇਆ ਔਰ ਜਿਹੜੀਆਂ ਉਹਨਾਂ ਦੇ ਘਰਾਂ ਦੇ ਵਿੱਚ ਬੀਬੀਆਂ ਸਨ ਉਹਨਾਂ ਨੇ ਸਾਨੂੰ ਖੁਦ ਆਪ ਕਿਹਾ ਵੀ ਸਾਨੂੰ ਤੁਸੀਂ ਇਹਦੇ ਬਾਰੇ ਦੱਸੋ, ਸਾਨੂੰ ਤੁਸੀਂ ਜਾਣਕਾਰੀ ਦਿਓ। ਜੇ ਸਾਨੂੰ ਜਾਣਕਾਰੀ ਨਾ ਹੋਣ ਕਰਕੇ ਇਹ ਜਿਹੜੀਆਂ ਹਾਂ ਤੇ ਫਿਰ ਸਾਡੇ ਪ੍ਰਚਾਰਕਾਂ ਨੇ ਜਾ ਕਰਕੇ ਭਾਵੇਂ ਉੱਥੇ ਵੀ ਸ਼ਰਾਰਤੀ ਅਨਸਰਾਂ ਨੇ ਉਸ ਚੀਜ਼ ਨੂੰ ਬੜਾ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਸਾਡੇ ਨੌਜਵਾਨ ਪ੍ਰਚਾਰਕਾਂ ਨੇ ਬੜੀ ਬਾਖੂਬੀ ਦੇ ਨਾਲ ਉਹਨਾਂ ਦੇ ਘਰਾਂ ਦੇ ਵਿੱਚ ਜਾ ਕਰਕੇ ਉਹਨਾਂ ਦੇ ਥਾਵਾਂ ਤੇ ਜਾ ਕਰਕੇ ਵੱਖਰੇ ਹੋ ਕੇ ਉਹਨਾਂ ਨੂੰ 2-2 4-4 ਘੰਟੇ ਸਾਡੇ ਪ੍ਰਚਾਰਕਾਂ ਨੇ ਲਾਏ ਤੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਕਰਨ ਦਾ, ਸੁੱਖ ਆਸਣ ਕਰਨ ਦਾ ਜਿਹੜੀ ਮਰਿਆਦਾ ਸੀ ਉਹਨਾਂ ਨੂੰ ਸੰਭਾਲੀ। ਤੇ ਸਾਨੂੰ ਬੜੀ ਖੁਸ਼ੀ ਹੋਈ ਵੀ ਉਹ 2-4 ਬੰਦੇ ਸ਼ਰਾਰਤੀ ਛੱਡ ਕੇ ਬਾਕੀ ਸਾਰਿਆਂ ਨੇ ਹੀ
ਉਸ ਗੱਲ ਨੂੰ ਉਹਨਾਂ ਨੇ ਪ੍ਰਵਾਨ ਕੀਤਾ। ਤੇ ਜਿਹੜੇ ਲੋਕ ਉਹ ਸ਼ਰਾਰਤੀ ਚਾਹੁੰਦੇ ਸੀ ਵੀ ਇਸ ਮੁੱਦੇ ਨੂੰ ਬਹੁਤ ਉਛਾਲਿਆ ਜਾਵੇ, ਉਭਾਰਿਆ ਜਾਵੇ, ਇਹ ਸਿੰਧੀ ਸਮਾਜ ਨੂੰ ਤੋੜਿਆ ਜਾਵੇ, ਤੇ ਅਸੀਂ ਫਖਰ ਨਾਲ ਕਹਿ ਸਕਦੇ ਹਾਂ ਵੀ ਸਾਡੇ ਉਹਨਾਂ ਮਿਸ਼ਨਾਂ ਨੇ ਤੇ ਅਸੀਂ ਸਾਰੇ ਯਤਨ ਕੀਤਾ ਤੇ ਉਹ ਉਹਨਾਂ ਦੀਆਂ ਜਿਹੜੀਆਂ ਸ਼ਰਾਰਤ ਵਾਲੀਆਂ ਜਿਹੜੀਆਂ ਸੀਗੀਆਂ ਮਨਸੂਬੇ, ਉਹ ਉਹਨਾਂ ਦੇ ਕਦੇ ਵੀ ਕਾਮਯਾਬ ਨਹੀਂ ਹੋਏ। ਤੇ ਹੁਣ ਅਸੀਂ ਮਹਿਸੂਸ ਕਰਦੇ ਹਾਂ, ਸਿੰਧੀ ਸਮਾਜ ਨੇ ਇੰਦੌਰ ਦੇ ਵਿੱਚ ਵੀ ਬਹੁਤ ਵੱਡਾ ਸਮਾਗਮ ਹੋਇਆ, ਗੰਗਾ ਨਗਰ ਦੇ ਵਿੱਚ ਸਮਾਗਮ ਹੋਇਆ, ਸਾਡੇ ਉੱਤਰਾਖੰਡ ਦੇ ਉਹਦੇ ਵਿੱਚ ਅਸੀਂ ਆਪਣੇ ਲੈਵਲ ਤੇ ਸਮਾਗਮ ਕੀਤੇ। ਤੇ ਹੁਣ ਇਸ ਵੇਲੇ ਜਿਹੜਾ ਹੈਗਾ ਉਹ ਸਿੰਧੀ ਸਮਾਜ, ਸਿੱਖ ਪੰਥ ਆਪਸ ਦੇ ਵਿੱਚ ਉਹ ਬੜੇ ਪਿਆਰ ਦੇ ਨਾਲ ਰਹਿ ਗਿਆ। ਅਸੀਂ ਉਹਨਾਂ ਦੇ ਕੁਝ ਪਰਿਵਾਰਾਂ ਨੂੰ ਵੀ ਮਿਲੇ ਸੀ, ਜਿਹੜੇ ਪਰਿਵਾਰਾਂ ਨੂੰ ਕਿਹਾ ਸੀਗਾ, ਇੱਕ ਨੇ ਬਹੁਤ ਅੱਛਾ ਸਾਨੂੰ ਜਵਾਬ ਦਿੱਤਾ ਸੀ। ਅਸੀਂ ਜਦੋਂ ਉਹਨਾਂ ਨੂੰ ਪੁੱਛਿਆ ਵੀ ਆਹ ਜੋ ਕੁਝ ਹੋ ਰਿਹਾ ਤੁਸੀਂ ਕੀ ਮਹਿਸੂਸ ਕਰਦੇ ਹੋ, ਉਹ ਕਹਿੰਦੇ ਜੋ ਕੁਝ ਵੀ ਕਹਿੰਦੇ ਆ ਕਹੀ ਜਾਣ, ਸਾਡੇ ਆਤਮਾ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਇਹ ਬਾਣੀ ਨੂੰ ਕੱਢ ਨਹੀਂ ਕੋਈ ਸਕਦਾ। ਤੇ ਸਾਨੂੰ ਉਸ ਵੇਲੇ ਬੜੀ ਖੁਸ਼ੀ ਹੋਈ ਸੀ। ਉਸ ਵੇਲੇ ਬੱਚੇ ਬੱਚੀਆਂ ਦੇ ਆਨੰਦ ਕਾਰਜ ਹੋ ਰਹੇ ਸੀ, ਵਿਆਹ ਹੋ ਰਹੇ ਸੀ। ਨਵੇਂ ਜੋੜੇ ਨੂੰ ਵੀ ਅਸੀਂ ਉਹਨਾਂ ਨੂੰ 2-4 ਸਵਾਲ ਪੁੱਛੇ ਤੇ ਹਾਲੇ ਉਹਨਾਂ ਦਾ ਉਹ ਵਿਆਹ ਹੋ ਕੇ ਹਟਿਆ ਸੀ, ਪਰ ਉਹਨਾਂ ਨੇ ਕਿਹਾ ਨਹੀਂ ਵੀ ਸਾਡੇ ਜੱਦੀ ਪੁਰਸ਼ੀ, ਸਾਡੇ ਪਰਿਵਾਰਾਂ ਦੇ ਵਿੱਚ ਅਸੀਂ, ਸਾਡੇ ਵਿਆਹ ਵੀ ਇੱਥੇ ਹੁੰਦੇ ਆ, ਸਾਡੀਆਂ ਗਮੀਆਂ ਵੀ ਇੱਥੇ ਹੁੰਦੀਆਂ, ਤੇ ਅਸੀਂ ਜੋ ਸਾਡਾ ਛੋਟਾ ਮੋਟਾ ਵੀ ਅਸੀਂ ਸਮਾਗਮ ਕਰਦੇ ਤੇ ਅਸੀਂ ਗੁਰੂ ਘਰ ਦੇ ਵਿੱਚ ਹੀ ਆ ਕੇ ਲੰਗਰ ਪਾਣੀ ਛਕਦੇ ਹਾਂ। ਸੋ ਇਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਹਰਲੀਆਂ ਸਟੇਟਾਂ, ਜਿਸ ਤਰ੍ਹਾਂ ਹੋਰ ਬਹੁਤ ਸਾਰੀਆਂ ਚੁਣੌਤੀਆਂ, ਬਹੁਤ ਸਾਰੀਆਂ ਸ਼ਰਾਰਤਾਂ, ਇਹਨੂੰ ਬਾਖੂਬੀ ਦੇ ਨਾਲ ਸਾਡੇ ਜਿਹੜੇ ਮਿਸ਼ਨ ਸਥਾਪਿਤ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਦੇ ਨਾਲ ਨਿਭਾ ਰਹੇ। ਜੀ, ਬਹੁਤ ਵਧੀਆ ਤੁਸੀਂ ਗੱਲ ਕੀਤੀ, ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਜਦੋਂ ਕੋਈ ਆਸਥਾ ਰੱਖਦਾ ਹੈ ਤਾਂ ਥੋੜ੍ਹੀਆਂ ਜਿਹੀਆਂ ਗੱਲਾਂ ਕਰਕੇ ਜਾਂ ਘਟਨਾਵਾਂ ਕਰਕੇ ਅਸੀਂ ਇੱਕਦਮ ਡਿਸੀਜਨ ਨਹੀਂ ਲੈ ਲੈਣਾ ਹੁੰਦਾ ਕਿ ਹੁਣ ਬਸ ਅਸੀਂ ਉਹਨਾਂ ਨੂੰ ਤੋੜ ਹੀ ਦਈਏ। ਕਈ ਵਾਰੀ ਅਣਜਾਣੇ ਵਿੱਚ ਵੀ ਕਈ ਕੰਮ ਹੁੰਦੇ ਨੇ ਤੇ ਮਰਿਆਦਾ ਦੀ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਜਿਵੇਂ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਉਹਨਾਂ ਨੇ ਦੱਸਿਆ ਹੈ ਕਿ ਅਸੀਂ ਕਿਸ ਤਰ੍ਹਾਂ ਜਾ ਕੇ ਉੱਥੇ ਉਹਨਾਂ ਨੂੰ ਗੁਰਮਰਿਆਦਾ ਸਮਝਾਈ ਅਤੇ ਉਹਨਾਂ ਦੇ ਬਕਾਇਦਾ ਉਹਨਾਂ ਦੀਆਂ ਗੁਰਮਤਿ ਕਲਾਸਾਂ ਵੀ ਲਾਈਆਂ ਵੀ ਕਿਸ ਤਰ੍ਹਾਂ ਅਸੀਂ ਗੁਰੂ ਅਸਥਾਨਾਂ ਵਿੱਚ ਮਰਿਆਦਾ ਨੂੰ ਕਾਇਮ ਰੱਖ ਸਕਦੇ ਹਾਂ ਤੇ ਨਾਲ ਨਾਲ ਸਾਡੀ ਆਸਥਾ ਵੀ ਜਿਹੜੀ ਹੈ ਉਹ ਬਣੀ ਰਹਿ ਸਕਦੀ ਹੈ। ਜੀ, ਇੱਕ ਜਿਵੇਂ ਇਹ ਤਾਂ ਆ ਗਿਆ ਗੁਰਦੁਆਰਾ ਪ੍ਰਬੰਧਾਂ ਵਿੱਚ ਜਦੋਂ ਕੋਈ ਚੁਣੌਤੀ ਆ ਜਾਂਦੀ ਹੈ, ਇਸ ਤਰ੍ਹਾਂ ਅਣਜਾਣੇ ਵਿੱਚ ਹੀ ਕੋਈ ਇਹੋ ਜਿਹੀ ਚੁਣੌਤੀ ਆ ਗਈ। ਕਈ ਵਾਰ ਕੀ ਹੁੰਦਾ ਹੈ ਮੈਂਬਰ ਸਾਹਿਬ, ਵੀ ਗੁਰਦੁਆਰਾ ਬਾਹਰਲੀ ਸਟੇਟ ਦੇ ਵਿੱਚ ਗੁਰਦੁਆਰਾ ਸਾਹਿਬ ਬਣੇ ਹੋਏ ਨੇ, ਬੜੇ ਦੂਰ ਦੂਰ ਬਣੇ ਹੁੰਦੇ ਨੇ, ਤਾਂ ਤੁਹਾਨੂੰ ਕੋਈ ਇਹੋ ਜਿਹਾ ਸਮਾਂ ਜਦੋਂ ਇਹ ਕੋਈ ਮਸਲਾ ਹੱਲ ਕੀਤਾ ਹੋਵੇ ਕਿ ਹਾਂਜੀ ਕਿਤੇ ਕੋਈ ਸਮੱਸਿਆ ਆਈ ਤੇ ਅਸੀਂ ਗੁਰਦੁਆਰਾ ਪ੍ਰਬੰਧਾਂ ਵਿੱਚ ਆਈ ਸਮੱਸਿਆ ਨੂੰ ਹੱਲ ਕੀਤਾ, ਕੋਈ ਹੋਰ ਘਟਨਾ? ਇਸ ਤਰ੍ਹਾਂ ਉਹ ਬਾਹਰਲੀਆਂ ਸਟੇਟਾਂ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਗੁਰਸਥਾਨ ਸਾਨੂੰ ਦੇਖਣ ਦੇ ਵਿੱਚ ਮਿਲੇ ਆ। ਇਤਿਹਾਸਕ ਸਥਾਨ ਵੀ ਸਾਡੇ ਗੁਰੂ ਘਰ ਦੇ ਵਿੱਚ ਸਾਡੇ ਹੈਗੇ ਆ। ਕਿਸੇ ਸਮੇਂ ਦੇ ਵਿੱਚ ਉੱਥੇ ਬਹੁਤ ਸਾਰੀ ਸਿੱਖ ਵਸੋਂ ਸਨ, ਪਰ ਸਮਾਂ ਪਾ ਕੇ ਜਿਸ ਤਰ੍ਹਾਂ ਦੇ ਹਾਲਾਤ ਆਏ ਉੱਥੇ ਕੋਈ ਵੀ ਸਿੱਖ ਵਸੋਂ ਨਹੀਂ ਰਹਿ ਗਈ। ਤੇ ਉੱਥੇ ਉਸ ਤੋਂ ਬਾਅਦ ਕੋਈ 10-20 ਪਰਿਵਾਰ ਸਿਗਲੀ ਘਰਾਂ ਦੇ ਪਰਿਵਾਰ ਚੱਲ ਗਏ ਤੇ ਉੱਥੇ ਉਹਨਾਂ ਦਾ ਗੁਰੂ ਘਰ ਇੱਕ ਹੀ ਕਮਰਾ ਸੀਗਾ ਤੇ ਉਹਨਾਂ ਨੇ ਸਾਡੇ ਤੱਕ ਪਹੁੰਚ ਕੀਤੀ। ਅਸੀਂ ਉੱਥੇ ਪਿਛਲੇ ਦਿਨਾਂ ਦੇ ਵਿੱਚ ਹੀ ਤਕਰੀਬਨ ਅਸੀਂ 2 ਲੱਖ ਰੁਪਇਆ ਦੇ ਕਰਕੇ ਉਹਨਾਂ ਦਾ ਜਿਹੜਾ ਗੁਰੂ ਘਰ ਸੀਗਾ ਉਹ ਬਹੁਤ, ਜਿੱਥੇ ਤੱਕ 20 ਪਰਿਵਾਰਾਂ ਵਾਸਤੇ ਜਿੰਨਾ ਕੁ ਸੀਗਾ ਉਹ ਸੁੰਦਰ ਬਣਾਇਆ ਗਿਆ। ਸੋ ਇਸੇ ਤਰ੍ਹਾਂ ਹੀ ਇੱਕ ਬ੍ਰਿੰਦਾਵਨ ਅਸਥਾਨ ਆ ਸਾਡੇ ਧਰਮ ਪ੍ਰਚਾਰ ਕਮੇਟੀ ਦਾ ਹੀ। ਬ੍ਰਿੰਦਾਵਨ ਗੁਰੂ ਨਾਨਕ ਸਾਹਿਬ ਜਿਸ ਵੇਲੇ ਉਦਾਸੀਆਂ ਦੇ ਵਿੱਚ ਗਏ ਤੇ ਹਿੰਦੂਆਂ ਦੇ ਵੱਡੇ ਵੱਡੇ ਜਿਹੜੇ ਸਥਾਨ ਸਨ ਜਾਂ ਮੁਸਲਮਾਨਾਂ ਦੇ ਵੀ ਸਥਾਨ ਸਨ, ਜੋਗੀਆਂ ਦੇ, ਸਿੱਧਾਂ ਦੇ ਸਨ, ਉੱਥੇ ਗੁਰੂ ਨਾਨਕ ਸਾਹਿਬ ਆਪਣੀ ਚਰਚਾ ਵਾਸਤੇ ਗਏ। ਉੱਥੋਂ ਜਾ ਕੇ ਉਹਨਾਂ ਨੇ ਉਪਦੇਸ਼ ਦਿੱਤਾ, ਕਿਉਂਕਿ ਬਹੁਤ ਸਮੇਂ ਬਾਅਦ ਉੱਥੇ ਵੀ ਬਹੁਤ ਸਾਰੀਆਂ ਕੁਰੀਤੀਆਂ ਆ ਗਈਆਂ ਸਨ। ਇਸੇ ਤਰ੍ਹਾਂ ਹੀ ਰਾਜਸਥਾਨ ਤੋਂ ਹੁੰਦੇ ਹੋਏ ਗੁਰੂ ਨਾਨਕ ਸਾਹਿਬ ਆਪਣੀਆਂ ਉਦਾਸੀਆਂ ਦੇ ਵਿੱਚ ਬ੍ਰਿੰਦਾਵਨ ਵੀ ਗਏ। ਸੋ ਬ੍ਰਿੰਦਾਵਨ ਜਿਹੜਾ ਸੀ ਉਹ ਦੁਆਪਰ ਸ਼੍ਰੀ ਕ੍ਰਿਸ਼ਨ ਭਗਵਾਨ ਦੀ ਰਾਸ ਲੀਲਾ ਦਾ ਉਹ ਇੱਕ ਸਥਾਨ ਸੀਗਾ ਜਿੱਥੇ ਉਹਨਾਂ ਦੀ ਆਸਥਾ ਸੀ ਤੇ ਉੱਥੇ ਲੋਕ ਰਾਸ ਲੀਲਾ ਕਰਦੇ ਸਨ, ਨੱਚਦੇ ਸਨ, ਟੱਪਦੇ ਸਨ, ਹੋਰ ਕੁਰੀਤੀਆਂ ਸਨ। ਤਾਂ ਗੁਰੂ ਨਾਨਕ ਸਾਹਿਬ 1513 ਦੇ ਵਿੱਚ ਜਨਮ ਅਸ਼ਟਮੀ ਵਾਲੇ ਦਿਨ ਬ੍ਰਿੰਦਾਵਨ ਗਏ ਤੇ ਉੱਥੇ ਜਾ ਕੇ ਇੱਕ ਉੱਚੇ ਟਿੱਲੇ ਤੇ ਜਾ ਕਰਕੇ ਬੈਠ ਕੇ ਉਹਨਾਂ ਨੇ ਲੋਕਾਂ ਨੂੰ ਉਪਦੇਸ਼ ਦਿੱਤਾ, ਵਾਇਨ ਚੇਲੇ ਬੈਠਣ ਗੁਰ ਸੋ ਨੱਚਣ ਗੁਰ। ਸੋ ਇਸ ਤਰ੍ਹਾਂ ਦਾ ਉਹਨਾਂ ਨੇ ਉਪਦੇਸ਼ ਜਾ ਕਰਕੇ ਦਿੱਤਾ ਵੀ ਇਹ ਜਿਹੜਾ ਹੈਗਾ ਤੁਸੀਂ ਨੱਚਦੇ ਹੋ, ਟੱਪਦੇ ਹੋ, ਹੋਰ ਤੁਸੀਂ ਕਰਦੇ ਹੋ, ਇਹ ਪਰਮਾਰਥ ਦਾ ਰਸਤਾ ਨਹੀਂ ਹੈ, ਅਧਿਆਤਮਿਕ ਦਾ ਰਸਤਾ ਨਹੀਂ ਹੈਗਾ, ਇਹ ਤੇ ਪਰਮਾਤਮਾ ਦਾ ਜਿਹੜਾ ਤੁਸੀਂ ਨਾਮ ਲਓ। ਤਾਂ ਲੋਕਾਂ ਨੇ ਉਹਨਾਂ ਦੇ ਉਪਦੇਸ਼ ਨੂੰ ਗ੍ਰਹਿਣ ਕੀਤਾ, ਉਹ ਕੁਰੀਤੀਆਂ ਨੇ ਦੂਰ ਹੋਇਆ ਤੇ ਉਹਨਾਂ ਦੇ ਉਸ ਇਤਿਹਾਸਕ ਸਥਾਨ ਉੱਚੇ ਟੱਲੇ ਦੇ ਵਿੱਚ ਉਹ ਇੱਕ ਛੋਟਾ ਕਮਰੇ ਦੇ ਵਿੱਚ ਬਣਿਆ ਹੋਇਆ ਸੀਗਾ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਰਮ ਪ੍ਰਚਾਰ ਕਮੇਟੀ ਦੇ ਉਹ ਪ੍ਰਬੰਧ ਹੇਠ ਆਇਆ ਤੇ ਉਹ ਬਾਬਾ ਹਰਬੰਸ ਸਿੰਘ ਕਾਰਸੇ ਵਾਲਿਆਂ ਨੇ ਬਹੁਤ ਸੁੰਦਰ ਸਥਾਨ ਉੱਥੇ ਬਣਾਇਆ। ਪਰ ਉੱਥੇ ਸਿੱਖ ਦਾ ਕੋਈ ਵੀ ਘਰ ਨਹੀਂ ਹੈ, ਪਰ ਅਸੀਂ ਸਾਲਾਨਾ ਸਾਲ ਪਿੱਛੋਂ ਅਸੀਂ ਉਹ ਸਥਾਨ 20 ਸਤੰਬਰ ਨੂੰ ਹੁਣ ਵੀ ਅਸੀਂ ਮਨਾਇਆ। ਅਲੀਗੜ੍ਹ ਤੋਂ, ਮਥੁਰਾ ਤੋਂ, ਹੋਰ ਨਾੜੇ ਜਿਹੜੇ ਸੰਗਤ ਉੱਥੇ ਆਣ ਕਰਕੇ ਮਨਾਉਂਦੀ ਆ। ਜਿਹੜੇ ਬਾਹਰਲੇ ਲੋਕ ਜਾਂਦੇ ਆ ਉਹਨਾਂ ਨੂੰ ਗੁਰਦੁਆਰਾ ਸਾਹਿਬ ਦਾ ਨਹੀਂ ਪਤਾ ਲੱਗਦਾ।
ਸੋ ਸਾਡੇ ਧਰਮ ਪ੍ਰਚਾਰ ਕਮੇਟੀ ਹਾਪੜ ਮਿਸ਼ਨ ਦੇ ਸਾਡੇ ਬ੍ਰਿਜਪਾਲ ਸਿੰਘ ਬੜੇ ਬਹੁਤ ਅੱਛਾ ਜਿਹੜਾ ਹੈਗਾ ਸ਼ਲਾਘਾਯੋਗ ਕੰਮ ਕਰਦੇ ਆ, ਬਹੁਤ ਉਦਮੀ ਨੇ। ਹਰ ਥਾਂ ਤੇ ਉਹਨਾਂ ਨੂੰ ਲੋਕ, ਉਹਨਾਂ ਦੇ ਕੰਮਾਂ ਤੋਂ ਲੋਕ ਬੜੇ ਅੱਛੇ ਪ੍ਰਭਾਵਿਤ ਨੇ। ਸੋ ਉਹਨਾਂ ਨੇ ਬੜੀ ਹਿੰਮਤ ਕਰਕੇ, ਦਾਸ ਵੀ ਉਹਨਾਂ ਦੇ ਨਾਲ ਸੀ, ਅਸੀਂ ਉਸੋਂ ਦੀ ਮਿਊਨਿਸਪਲ ਕਮੇਟੀ ਦੇ ਵਿੱਚ ਇੱਕ ਅਸੀਂ ਅਰਜੀ ਪਾਈ 2 ਸਾਲ ਪਹਿਲਾਂ ਭਈ ਇਹ ਮੇਨ ਚੌਂਕ ਤੋਂ ਗੁਰੂ ਨਾਨਕ ਦੇਵ ਮਾਰਗ ਦਾ ਨਾਮ ਰੱਖਿਆ ਜਾਵੇ। ਤਾਂ ਉਹਨਾਂ ਪਤਾ ਲੱਗ ਸਕੇ ਵੀ ਇੱਥੇ ਵੀ, ਉੱਥੇ ਇਤਿਹਾਸ ਦਾ ਬੋਰਡ ਵੀ ਲੱਗੇ ਵੀ ਇੱਥੇ ਗੁਰੂ ਨਾਨਕ ਸਾਹਿਬ ਆਏ ਸੀਗੇ। ਤਾਂ ਉਹਨਾਂ ਨੇ ਸਾਡਾ ਉਹ ਜਿਹੜਾ ਮਤਾ ਸੀ ਮਿਊਨਿਸਪਲ ਕਮੇਟੀ ਨੇ ਪਾਸ ਕਰ ਦਿੱਤਾ, ਹੁਣ ਨਗਰ ਨਿਗਮ ਬਣ ਗਈ ਆ। ਤਾਂ ਅਸੀਂ ਪਿਛਲੇ ਦਿਨ ਉੱਥੋਂ ਦਾ ਜਿਹੜੇ ਡੀਐਮ ਸੀ ਅਸੀਂ ਉਹਨੂੰ ਜਾ ਕਰਕੇ ਮਿਲੇ, ਅਸੀਂ ਦਿੱਤੀ, ਤੇ ਉਹਨਾਂ ਨੇ ਸਾਨੂੰ ਬਹੁਤ ਖੁਸ਼ੀ ਦੇ ਨਾਲ ਉਹਨਾਂ ਨੇ ਮਾਣ ਮਹਿਸੂਸ ਕੀਤਾ ਵੀ ਤੁਸੀਂ ਦੱਸਿਆ, ਮੈਨੂੰ ਪਤਾ ਨਹੀਂ ਸੀ। ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਇਹਨੂੰ ਕਰਕੇ ਤੇ ਅਸੀਂ ਉਹਦਾ ਬੋਰਡ ਵੀ ਲਾਵਾਂਗੇ, ਤੇ ਉਸ ਸਥਾਨ ਤੇ ਅਸੀਂ ਗੁਰੂ ਨਾਨਕ ਸਾਹਿਬ ਦਾ ਜਿਹੜਾ ਇਤਿਹਾਸਕ ਜਿਹੜਾ ਬੋਰਡ ਹੈਗਾ ਤੇ ਮਾਰਗ ਦਾ ਨਾਮ ਵੀ ਗੁਰੂ ਨਾਨਕ ਦੇਵ ਮਾਰਗ ਜਿਹੜਾ ਅਸੀਂ ਰੱਖਾਂਗੇ। ਸੋ ਇਸ ਤਰ੍ਹਾਂ ਦੇ ਵੀ ਜਿਹੜੇ ਉਪਰਾਲੇ ਆ, ਸਾਡਾ ਮਿਸ਼ਨ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਉਹ ਵੀ ਕਾਰਜਸ਼ੀਲ ਰਹਿੰਦਾ। ਤੇ ਜਿੱਥੇ ਜਿੱਥੇ ਵੀ ਕੋਈ ਘੱਟ ਵਸੋਂ ਆ ਜਾਂ ਹੋਰ ਸਾਨੂੰ ਚੁਣੌਤੀਆਂ, ਤੇ ਸਾਡਾ ਮਿਸ਼ਨ ਬੜੀ ਬਾਖੂਬੀ ਦੇ ਨਾਲ, ਜਿਸ ਤਰ੍ਹਾਂ ਹੁਣ ਗੋਰਖਪੁਰ ਮਗਹਰ ਹੁਣੇ ਅਸੀਂ ਪ੍ਰਧਾਨ ਜੀ ਨਾਲ ਜਾ ਕਰਕੇ ਉੱਥੇ ਵੱਡੀ ਸੋਹਣੀ ਇਮਾਰਤ ਦਾ ਅਸੀਂ ਨੀਂਹ ਪੱਥਰ ਰੱਖ ਕੇ ਆਈ, ਉੱਥੇ ਵੀ ਸਿੱਖ ਵਸੋਂ ਨਾ ਮਾਤਰ ਆ ਜੀ। ਜਦੋਂ ਸਿੱਖ ਵਸੋਂ ਘੱਟ ਹੁੰਦੀ ਹੈ ਤਾਂ ਜ਼ਾਹਿਰ ਜੀ ਗੱਲ ਆ ਕਿ ਵੈਸੇ ਤਾਂ ਜਿਹੜੇ ਸਿੱਖ ਨੇ ਉਹ ਗਰਾਈ ਕਰਕੇ ਜਿੰਨੀ ਕੁ ਵਸੋਂ ਹੁੰਦੀ ਹੈ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰ ਲੈਂਦੇ ਨੇ। ਜਦੋਂ ਵਸੋਂ ਹੀ ਘੱਟ ਹੋਵੇ ਤਾਂ ਉਹਨਾਂ ਕੋਲ ਸਾਧਨ ਨਹੀਂ ਹੁੰਦੇ, ਫਿਰ ਉਹ ਸ਼੍ਰੋਮਣੀ ਕਮੇਟੀ ਤੱਕ ਪਹੁੰਚ ਕਰਦੇ। ਹਾਂ, ਬਿਲਕੁਲ ਪਹੁੰਚ ਕਰਦੇ ਆ। ਫਿਰ ਜਿਹੜੇ ਜਿੱਥੇ ਵਸੋਂ ਘੱਟ ਹੁੰਦੀ ਆ ਉੱਥੇ ਉਹਨਾਂ ਦੀ ਉਪਜੀਵਕਾ, ਉਹਨਾਂ ਦੇ ਜਿਹੜੇ ਕਾਰੋਬਾਰ ਉਹ ਵੀ ਬੜੇ ਸੀਮਤ ਹੁੰਦੇ ਆ, ਥੋੜੇ ਹੁੰਦੇ ਆ। ਪਰ ਉਹ ਲੋਕ ਭਾਵੇਂ ਬਹੁਤੇ ਥਾਵਾਂ ਤੇ ਅਸੀਂ ਦੇਖਿਆ ਵੀ ਸਿਗਲੀ ਘਰ ਉਹ ਵਿਚਾਰੇ ਲੇਬਰ ਦਾ ਕੰਮ ਕਰਦੇ ਆ, ਤੇ ਪਰ ਉਹਨਾਂ ਨੂੰ ਗੁਰੂ ਘਰ ਦੇ ਨਾਲ ਜੁੜਿਆ, ਉਹਨਾਂ ਨੂੰ ਸਵੇਰੇ ਸ਼ਾਮ ਗੁਰਪੁਰਬ ਮਨਾਉਣ ਵਾਸਤੇ ਕੋਈ ਨਾ ਕੋਈ ਗੁਰੂ ਘਰ ਚਾਹੀਦਾ ਹੁੰਦਾ। ਸੋ ਇਸੇ ਤਰ੍ਹਾਂ ਜਿਹੜਾ ਮਗਹਰ ਸੀ, ਭਗਤ ਕਬੀਰ ਜੀ ਦਾ ਸਥਾਨ ਸੀ, ਪਰ ਉੱਥੇ ਵੀ ਸਿੱਖ ਵਸੋਂ ਨਹੀਂ ਸੀ। ਸੋ ਉਹ ਵੀ ਜਿਹੜਾ ਸਥਾਨ ਆ, ਸੋ ਪਿਛਲੇ ਦਿਨਾਂ ਦੇ ਵਿੱਚ ਬੜੀ ਜਹਿਦ ਦੇ ਨਾਲ ਉੱਥੇ ਗੁਰਦੁਆਰਾ ਸਾਹਿਬ ਬਣਿਆ। ਹੁਣ ਲੋਕਾਂ ਦੀ ਜਿਹੜਾ ਪਟਨਾ ਸਾਹਿਬ ਸੰਗਤ ਜਾਂਦੀ ਆ, ਉਹਨਾਂ ਨੂੰ ਰਹਿਣ ਵਾਸਤੇ ਇੱਕੋ ਇੱਕ ਸਥਾਨ ਸੀ। ਸੋ ਉੱਥੇ ਸਰਾਂ ਦਾ ਨਿਰਮਾਣ ਹੋਇਆ, ਲੰਗਰ ਦਾ ਨਿਰਮਾਣ ਹੋਇਆ। ਸੋ ਉਹ ਵੀ ਸਾਰੇ ਜਿਹੜੇ ਕਾਰਜ ਆ ਧਰਮ ਪ੍ਰਚਾਰ ਕਮੇਟੀ ਤੋਂ ਚੱਲ ਰਹੇ ਆ। ਇਸੇ ਤਰ੍ਹਾਂ ਜਿੱਥੇ ਉਹ ਬਾਹਰਲੀਆਂ ਸਟੇਟਾਂ ਦੇ ਵਿੱਚ ਸਾਡੇ ਮਿਸ਼ਨ ਪਹਿਲਾਂ ਸਥਾਪਿਤ ਕੀਤੇ ਸੀ, ਉੱਥੇ ਅਸੀਂ ਉਹਨਾਂ ਸਥਾਨਾਂ ਦੇ ਜਾ ਕੇ ਵਿਦਿਆਲੇ ਵੀ ਸਥਾਪਿਤ ਕੀਤੇ ਆ। ਬਿਲਕੁਲ, ਇਹ ਵੀ ਜ਼ਰੂਰੀ ਹੈ ਕਿਉਂਕਿ ਗੁਰਮਤਿ ਦੀ ਸੋਝੀ ਨਾਲ ਦਿੱਤੀ ਜਾਣੀ। ਉੱਥੋਂ ਦੇ ਜਿਹੜੇ ਬੱਚੇ ਆ ਸਾਡੇ, ਔਰ ਸਾਨੂੰ ਮਾਣ ਮਹਿਸੂਸ ਹੁੰਦਾ, ਜਿਹੜਾ ਸਾਡਾ ਸ਼ਾਹਜਹਾਨਪੁਰ ਸ੍ਰੀ ਗੁਰੂ ਰਾਮਦਾਸ ਵਿਦਿਆਲਿਆ ਕਰਕੇ ਉਹਦਾ ਨਾਮ ਰੱਖਿਆ, ਉੱਥੋਂ ਦੇ ਸਾਡੇ ਜਿਹੜੇ ਬੱਚੇ ਪੜ੍ਹ ਕਰਕੇ ਬੜੇ ਚੰਗੇ ਚੰਗੇ ਸਥਾਨਾਂ ਤੇ ਗਏ ਆ। ਇਸੇ ਤਰ੍ਹਾਂ ਹੀ ਸਾਡਾ ਛੱਤੀਸਗੜ੍ਹ ਵਿਦਿਆਲਾ। ਸੋ ਇਹ ਜਿਹੜੇ ਜਿੱਥੇ ਮਿਸ਼ਨ ਆਪਣੇ ਕੰਮ ਕਰ ਰਹੇ, ਉੱਥੇ ਲੋਕਾਂ ਨੂੰ ਅਸੀਂ ਸਹੂਲਤ ਦੇਣ ਵਾਸਤੇ ਜਿਹੜੇ ਵਿਦਿਆਲੇ ਸਥਾਪਿਤ ਕੀਤੇ ਆ, ਉਹ ਅਸੀਂ ਤਕਰੀਬਨ 1500 ਰੁਪਇਆ ਅਸੀਂ ਉਹਨਾਂ ਨੂੰ ਵਜ਼ੀਫਾ ਦਿੰਦੇ ਆ। ਉਹਨਾਂ ਦਾ ਲੰਗਰ ਪਾਣੀ, ਰਿਹਾਇਸ਼, ਹਰ ਚੀਜ਼ ਫ੍ਰੀ ਅਸੀਂ ਦਿੰਦੇ ਆ। ਔਰ ਸ਼ਾਹਜਹਾਨਪੁਰ ਦੇ ਵਿੱਚ ਜਿਹੜਾ ਕੀਰਤਨ ਸਿਖਾਉਣ ਵਾਲਾ ਜਿਹੜਾ ਸਾਡਾ ਦਿਲਪ੍ਰੀਤ ਸਿੰਘ, ਬਹੁਤ ਅੱਛਾ ਐਜੂਕੇਟਡ ਉਹ ਸਾਡਾ ਸਿੰਘ ਆ, ਤੇ ਬੜੀ ਬਾਖੂਬੀ ਦੇ ਨਾਲ ਉਹ ਸਾਡੇ ਵਿਦਿਆਲੇ ਵੀ ਚੱਲ ਰਹੇ ਆ, ਸਾਡੇ ਮਿਸ਼ਨ ਵੀ। ਔਰ ਉੱਥੇ ਮਿਸ਼ਨਾਂ ਦੇ ਵਿੱਚ ਜਿਹੜੇ ਪ੍ਰਚਾਰਕ ਕਰਦੇ ਆ, ਇੱਥੋਂ ਨਾਲੋਂ ਉਹ ਬਹੁਤ ਔਖਾ ਕੰਮ ਆ, ਕਿਉਂਕਿ ਉੱਥੇ ਜਿਹੜੇ ਜਿੱਥੇ ਜਿੱਥੇ ਸਿੱਖ ਵਸੋਂ ਆ, ਉੱਥੇ ਬਹੁਤੇ ਥਾਵਾਂ ਦੇ ਉੱਤੇ ਹਾਲੇ ਸੜਕਾਂ ਨਹੀਂ ਬਣੀਆਂ, ਕੋਈ ਹੋਰ ਨਹੀਂ ਹੈਗਾ। ਪਰ ਫਿਰ ਵੀ ਉਹ ਆਪੋ ਆਪਣੇ ਸਾਧਨਾਂ ਰਾਹੀਂ ਹਰ ਥਾਂ ਦੇ ਉੱਤੇ ਡੇਰਿਆਂ ਦੇ ਉੱਤੇ ਪਹੁੰਚ ਕਰਕੇ, ਸੋ ਲੋਕ ਵੀ ਮਾਣ ਮਹਿਸੂਸ ਕਰਦੇ ਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਫਰਜ਼ ਨੂੰ ਸਮਝਦਿਆਂ ਹੋਇਆਂ ਬਹੁਤ ਅੱਛੇ ਕਾਰਜ ਕਰ ਰਹੇ ਆ। ਸੋ ਇਸ ਤਰ੍ਹਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਨਯੋਗ ਪ੍ਰਧਾਨ ਸਾਹਿਬ ਦੀ ਅਗਵਾਈ ਹੇਠ ਇਹ ਸਾਰੇ ਸੁਚੱਜੇ ਕਾਰਜ ਧਰਮ ਪ੍ਰਚਾਰ ਪ੍ਰਸਾਰ ਦੇ, ਸੋ ਆਪਣੇ ਢੰਗ ਦੇ ਨਾਲ ਰਾਤ ਦਿਨ ਨਿਰੰਤਰ ਇਹ ਸਾਰੇ ਕਾਰਜ ਚੱਲ ਰਹੇ। ਜੀ ਜੀ, ਇਹ ਧਰਮ ਪ੍ਰਚਾਰ ਕਮੇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਵੱਖਰੇ ਵੱਖਰੇ ਖੇਤਰ ਹੋਣਗੇ ਜਿੱਥੇ ਜਾ ਕੇ ਉਹ ਕਾਰਜ ਕਰਦੇ ਹੋਣਗੇ। ਦੇਖੋ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਕੋਈ ਇਸ ਤਰ੍ਹਾਂ ਨਹੀਂ, ਲੇਕਿਨ ਇਹ ਆਪਣੀ ਅੰਦਰਲੀ ਇੱਛਾ ਹੁੰਦੀ ਆ ਵੀ ਸਾਨੂੰ ਇੱਕ ਅੱਛਾ ਸਮਾਂ ਮਿਲਿਆ ਤੇ ਅਸੀਂ ਇਸ ਸਮੇਂ ਦੀ ਅੱਛੀ ਵਰਤੋਂ ਕਰੀਏ, ਤੇ ਸਾਡੇ ਫਰਜ਼ ਬਣਦੇ ਆ। ਜਿੱਥੇ ਪ੍ਰਚਾਰਕ ਸਹਿਬਾਨ, ਜਿੱਥੇ ਅਸੀਂ ਉਹਨਾਂ ਨੂੰ ਉਪਜੀਵਕਾ ਵੀ ਦਿੰਦੇ ਆ, ਹੋਰ ਸਹੂਲਤਾਂ ਦੀ ਦਿੰਦੇ ਆ, ਉੱਥੇ ਸਾਨੂੰ ਵੀ ਇਸ ਸੰਸਥਾ ਦੇ ਵਿੱਚ ਕੋਈ ਮਾਣ ਸਨਮਾਨ ਮਿਲਿਆ, ਤੇ ਮਾਣ ਸਨਮਾਨ ਜਿਹੜਾ ਹੁੰਦਾ ਕੰਮਾਂ ਦਾ ਹੀ ਹੁੰਦਾ। ਤੇ ਇਸ ਕਰਕੇ ਸਾਰੇ ਮੈਂਬਰ ਸਾਹਿਬਾਨ ਆਪੋ ਆਪਣੇ ਥਾਵਾਂ ਤੇ ਵੀ ਕਾਰਜਸ਼ੀਲ ਰਹਿੰਦੇ ਨੇ, ਸੰਘਰਸ਼ੀਲ ਰਹਿੰਦੇ ਆ। ਸੋ ਇਸੇ ਤਰ੍ਹਾਂ ਦਾਸ ਯੂਪੀ ਖੇਤਰ ਦੇ ਵਿੱਚ, ਉੱਤਰਾਖੰਡ ਦੇ ਵਿੱਚ, ਛੱਤੀਸਗੜ੍ਹ, ਇਹ ਸਾਡਾ ਜਿਹੜਾ ਯੂਪੀ ਤੇ ਉੱਤਰਾਖੰਡ ਦਾ ਬਹੁਤ ਵੱਡਾ ਅੱਡਾ, ਇਹਦਾ ਇੱਕ ਅਦਾਰਾ ਹੈ, ਕਿੱਥੇ ਗੋਰਖਪੁਰ, ਬਨਾਰਸ ਤੱਕ ਜਾ ਕੇ ਲਖਨਊ। ਸੋ ਇਸੇ ਤਰ੍ਹਾਂ ਹੀ ਜਿਹੜਾ ਉੱਤਰਾਖੰਡ ਆ, ਉਹ ਬਰੇਲੀ, ਮੁਰਾਦਾਬਾਦ, ਰਾਮਪੁਰ, ਸ਼ਾਹਜਹਾਨਪੁਰ, ਇੱਧਰ ਬਿਜਨੌਰ, ਹਰਿਦੁਆਰ ਤੱਕ, ਇਹ ਬਹੁਤ ਵੱਡਾ ਇੱਕ ਖੇਤਰਫਲ ਆ। ਤੇ ਮੈਂ ਸਮਝਦਾ ਵੀ ਇੰਨਾ ਸਾਡੇ ਕੋਲ ਕਵਰੇਜ ਨਹੀਂ ਹੁੰਦਾ, ਪਰ ਫਿਰ ਵੀ ਸਾਡੇ
ਪ੍ਰਚਾਰਕ ਸਾਹਿਬਾਨ ਜਿੱਥੇ ਜਿੱਥੇ ਵੀ ਮੰਗ ਆਉਂਦੀ ਆ ਜਾਂ ਉੱਥੇ ਜਿਹੜੇ ਵੱਡੇ ਸਮਾਗਮ ਹੁੰਦੇ ਆ ਉੱਥੇ ਮਹਾਂਪੁਰਸ਼ਾਂ ਨੇ ਵੀ ਬਹੁਤ ਵੱਡਾ ਯੋਗਦਾਨ ਆ ਪ੍ਰਚਾਰ ਪ੍ਰਸਾਰ ਦੇ, ਤੇ ਉਹਨਾਂ ਦੇ ਮਹਾਂਪੁਰਸ਼ਾਂ ਦੇ ਨਾਲ ਵੀ ਇੱਕ ਦੂਜੇ ਦੇ ਨਾਲ ਮਿਲ ਕੇ ਸਾਰੇ ਜਿਹੜੇ ਕਾਰਜ ਆ ਉਹ ਹੁੰਦੇ ਆ। 2018 ਦੇ ਵਿੱਚ ਵੀ ਦਾਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਸ ਵੇਲੇ 550 ਸਾਲਾ ਗੁਰੂ ਨਾਨਕ ਦੇਵ ਜੀ ਦਾ ਮਨਾਇਆ ਸੀਗਾ, ਤੇ ਉਸ ਵੇਲੇ ਫੈਸਲਾ ਕੀਤਾ ਸੀ ਵੀ ਯੂਪੀ ਖੇਤਰ ਦੇ ਵਿੱਚੋਂ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਸਥਾਨ ਹੈ ਉੱਥੋਂ ਨਗਰ ਕੀਰਤਨ ਕੱਢਿਆ ਜਾਵੇ। ਤਾਂ ਉੱਥੇ ਸਭ ਤੋਂ ਨੇਪਾਲ ਦੇ ਬਾਰਡਰ ਦੇ ਉੱਤੇ ਗੁਰਦੁਆਰਾ ਕੋੜੀ ਵਾਲਾ ਘਾਟ ਗੁਰੂ ਨਾਨਕ ਸਾਹਿਬ ਜੀ ਦਾ ਗੁਰਦੁਆਰਾ, ਜਿੱਥੇ ਕੋੜੀ ਦਾ ਕੋੜ ਦੂਰ ਕੀਤਾ ਸੀਗਾ, ਤੇ ਉੱਥੇ ਨਗਰ ਕੀਰਤਨ ਲੈ ਕੇ ਆਏ ਸੀ, ਜਿਹੜੇ 8 ਦਿਨਾਂ ਦੇ ਵਿੱਚ ਅਸੀਂ ਸੁਲਤਾਨਪੁਰ ਲੋਧੀ ਆਏ ਸੀ। ਤਾਂ ਉਸ ਵੇਲੇ ਵੀ ਉਸ ਨਗਰ ਕੀਰਤਨ 'ਚ ਲੋਕਾਂ ਨੇ 200 ਕਿਲੋਮੀਟਰ ਤੋਂ 300 ਕਿਲੋਮੀਟਰ ਤੋਂ ਲੋਕ ਮੇਨ ਰੋਡਾਂ 'ਤੇ ਆ ਕਰਕੇ ਉਹਨਾਂ ਨੇ ਨਗਰ ਕੀਰਤਨ ਦਾ ਆਣ ਕਰਕੇ ਉਹਨਾਂ ਨੇ ਉੱਥੇ ਸਨਮਾਨ ਕੀਤਾ, ਲੰਗਰ ਲਾਏ, ਪ੍ਰਸ਼ਾਦ ਵਰਤਾਏ। ਤੇ ਉਸ ਨਗਰ ਕੀਰਤਨ ਦੀ ਬਾਖੂਬੀ ਇਹ ਸੀ ਕਿ ਅਸੀਂ 4 ਮਹੀਨੇ ਪਹਿਲਾਂ ਉੱਥੇ ਲੋਕਾਂ ਦੇ ਨਾਲ ਮੀਟਿੰਗਾਂ ਕੀਤੀਆਂ, ਤੇ ਉਸ ਨਗਰ ਕੀਰਤਨ ਦੇ ਵਿੱਚ ਮੁਸਲਮਾਨ ਵੀਰ ਵੀ ਆਏ, ਹਿੰਦੂ ਵੀਰ ਵੀ ਆਏ, ਔਰ ਤੇ ਬਹੁਤ ਸਾਰੇ ਬਿਜਨੌਰ ਤੇ ਪਲੀਆ ਲੱਗੇ, ਤੇ ਇਹੋ ਜਿਹਾ ਸੀ ਜਿੱਥੇ ਸਿੱਖ ਵਸੋਂ ਘੱਟ ਸੀ, ਪਰ ਮੇਰੇ ਖਿਆਲ ਸੈਂਕੜੇ ਜਿਹੜੇ ਮੁਸਲਮਾਨ ਲੋਕ ਸਨ ਜਿਨ੍ਹਾਂ ਨੇ ਚਿੱਟੀਆਂ ਟੋਪੀਆਂ ਪਾ ਕਰਕੇ ਨਗਰ ਕੀਰਤਨ ਦਾ ਸਨਮਾਨ ਕੀਤਾ, ਤੇ ਉਹਨਾਂ ਨੇ ਬੜੇ ਡਿਸਪਲਿਨ ਦੇ ਵਿੱਚ ਆ ਕਰਕੇ ਉੱਥੇ ਫਰੂਟ ਵਰਤਾਏ ਸੀਗੇ। ਤੇ ਉਹ ਸਾਰੀਆਂ ਇੱਕ ਕਿਸਮ ਦੀ ਉਦੋਂ ਤੋਂ ਸਾਡੀ ਦੇਖਦੇ ਹੋ ਤੇ ਫਿਰ ਉਹ ਖੁਸ਼ੀ ਹੁੰਦੀ ਹੈ, ਖੁਸ਼ੀ ਹੁੰਦੀ ਆ। ਯਤਨ ਕਰ ਰਹੇ ਆ ਕਿ ਪੰਜਾਬ ਤੋਂ ਬਾਹਰ ਵੀ ਹੁੰਦੀ ਰਹੇ। ਹਾਂ ਬਿਲਕੁਲ, ਫਲ ਵੀ ਲੱਗਦਾ, ਜੋ ਵੀ ਹੋਰਾਂ ਫਲ ਵੀ ਲੱਗਦਾ, ਕਮਿਊਨਿਟੀਜ਼ ਦੇ ਲੋਕ ਨੇ ਉਹ ਵੀ ਮਾਣ ਸਨਮਾਨ ਕਰਦੇ ਨੇ, ਤੇ ਉਹ ਵੀ ਉਸੇ ਚੀਜ਼ ਨੂੰ ਜਿਹੜੀ ਸੀਗੀ ਅਸੀਂ ਫਿਰ ਉਹਨੂੰ ਤੋੜਿਆ ਨਹੀਂ, ਅਸੀਂ ਉਹਨੂੰ ਕਾਂਟੀ ਨੂੰ ਅਸੀਂ ਜਾਰੀ ਰੱਖਿਆ। ਤੇ ਜਦੋਂ ਵੀ ਉੱਥੇ ਸਮਾਗਮ ਹੁੰਦੇ ਆ ਲੋਕਾਂ ਦੀਆਂ ਮੰਗ ਆਉਂਦੀ ਆ ਵੀ ਸਾਨੂੰ ਕੋਈ ਪ੍ਰਚਾਰਕ ਭੇਜੋ, ਢਾਡੀ ਸਿੰਘ ਭੇਜੋ, ਕਵੀਸ਼ਰ ਸਿੰਘ ਭੇਜੋ, ਜਾਂ ਸਾਡੇ ਅਸੀਂ ਜਿੰਨੇ ਵੀ ਅੰਮ੍ਰਿਤ ਸੰਚਾਰ ਅਸੀਂ ਕਰਦੇ ਆ ਜਾਂ ਹੋਰ ਸੰਸਥਾ ਵੀ ਕਰਦੀਆਂ, ਤੇ ਅਸੀਂ ਉੱਥੇ ਯਤਨ ਕਰਦੇ ਆ ਵੀ ਅਸੀਂ ਕਕਾਰ ਸਾਰੇ ਹੀ ਧਰਮ ਪ੍ਰਚਾਰ ਕਮੇਟੀ ਵੱਲੋਂ ਅਸੀਂ ਉੱਥੇ ਫ੍ਰੀ ਸੰਗਤਾਂ ਨੂੰ ਅਸੀਂ ਪਹੁੰਚਾਉਂਦੇ ਆ। ਤਾਂ ਉਹ ਜਿਹੜਾ ਅਸੀਂ ਆਪਸ ਤਾਲਮੇਲ ਬਣਾਇਆ ਸੀ ਉਹ ਹੁਣ ਵੀ ਲਗਾਤਾਰ ਉਸੇ ਤਰ੍ਹਾਂ ਹੀ ਉਹ ਜਾਰੀ ਆ। ਤੇ ਜਿਸ ਤਰ੍ਹਾਂ ਹੁਣ ਅਗਲੇ ਦਿਨਾਂ ਦੇ ਵਿੱਚ ਵੱਡੇ ਗੁਰਪੁਰਬ ਆਉਣੇ ਆ, ਤਾਂ ਉਹ ਅਸੀਂ ਸਾਂਝੇ ਰੂਪ ਦੇ ਵਿੱਚ ਸਾਰੇ ਗੁਰਪੁਰਬ ਅਸੀਂ ਮਨਾਉਂਦੇ ਜੀ। ਬਹੁਤ ਸੋਹਣੀ ਤੁਸੀਂ ਜਾਣਕਾਰੀ ਦਿੱਤੀ ਸਰ, ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜੀ ਸੁਣਨ ਵਾਲੀ ਸਿੱਖ ਸੰਗਤ ਹੈ ਉਹ ਵੀ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਤੇ ਜੇ ਕਿਸੇ ਵੀ ਸਿੱਖ ਨੂੰ ਜਿਹੜਾ ਕੋਈ ਬਾਹਰਲੀ ਸਟੇਟ ਵਿੱਚ ਬੈਠਾ ਹੈ, ਕਿਸੇ ਵੀ ਸਿੱਖ ਸੰਗਤ ਨੂੰ ਕੋਈ ਪ੍ਰੋਬਲਮ ਆਉਂਦੀ ਹੈ, ਕੋਈ ਮੁਸ਼ਕਲ ਆਉਂਦੀ ਹੈ ਗੁਰਦੁਆਰਾ ਪ੍ਰਬੰਧਾਂ ਨੂੰ ਲੈ ਕੇ, ਗੁਰਦੁਆਰਿਆਂ ਦੀ ਨਿਰਮਾਣ ਨੂੰ ਲੈ ਕੇ, ਇਸ ਦੇ ਨਾਲ ਹੀ ਉੱਥੇ ਕੋਈ ਚੁਣੌਤੀ ਆਉਂਦੀ ਹੈ ਮਰਿਆਦਾ ਨੂੰ ਲੈ ਕੇ, ਤਾਂ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਪਰਕ ਕਰ ਸਕਦਾ ਹੈ, ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ ਨਾਲ ਸੰਪਰਕ ਕਰ ਸਕਦਾ ਹੈ, ਤਾਂ ਕਿ ਉਹ ਗੱਲ ਜਿਹੜੀ ਹੈ ਉਹਨਾਂ ਦੀ ਸੰਸਥਾ ਤੱਕ ਆਵੇ ਤੇ ਉਹਨਾਂ ਦੀ ਯੋਗ ਮਦਦ ਕੀਤੀ ਜਾਵੇ। ਉਮੀਦ ਹੈ ਤੁਹਾਡੀਆਂ ਗੱਲਾਂ ਤੋਂ ਸੰਗਤ ਨੇ ਬਹੁਤ ਜਾਣਕਾਰੀ ਹਾਸਲ ਕੀਤੀ ਹੋਏਗੀ, ਤੇ ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਤੁਸੀਂ ਪੰਜਾਬ ਤੋਂ ਬਾਹਰ ਸਿੱਖੀ ਨੂੰ ਪ੍ਰਫੁੱਲਤ ਕਰਨ ਵਿੱਚ ਜੋ ਕਾਰਜ ਕਰ ਰਹੇ ਹੋ ਇਸੇ ਤਰ੍ਹਾਂ ਯਤਨਸ਼ੀਲ ਰਹੋ। ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।